ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿਗੁਰੂ ਕਲਾਸਿਸ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ, ਅੱਜ ਆਪਾਂ ਪੰਜਾਬੀ ਗ੍ਰਾਮਰ ਸ਼ੁਰੂ ਕਰਨ ਜਾ ਰਹੇ ਹਾਂ। ਇਹ ਪੰਜਾਬੀ ਗ੍ਰਾਮਰ ਅਗਲੀ 8 ਜਾਂ 10 ਵੀਡੀਓਜ਼ ਦੇ ਵਿੱਚ ਕਵਰ ਹੋਏਗੀ ਔਰ ਇਸ ਦੇ ਨਾਲ ਹਰ ਇੱਕ ਟੌਪਿਕ ਦੇ ਨਾਲ ਤੁਹਾਨੂੰ MCQ ਕਵਰ ਕਰਵਾਏ ਜਾਣਗੇ। ਜਿਵੇਂ ਅੱਜ ਦਾ ਜੋ ਮੇਰਾ ਟੌਪਿਕ ਹੈ ਬੋਲੀ, ਵਿਆਕਰਨ, ਭਾਸ਼ਾ, ਇਹ ਸਭ ਤੇ ਹੈ। ਔਰ ਇਹਦੇ ਨਾਲ ਲੱਗਦੇ ਜੋ ਰਲਦੇ ਮਿਲਦੇ ਕੁਝ ਕੁਐਸਚਨਸ ਹੈ ਜੋ ਲਾਸਟ 5 ਜਾਂ 10 ਸਾਲਾਂ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਕਿਸੇ ਵੀ ਪੇਪਰ ਦੇ ਵਿੱਚ ਆਏ ਆਪਾਂ ਨਾਲ ਉਹ ਕਵਰ ਕਰਾਂਗੇ। ਤਾਂ ਤੁਸੀਂ ਪਲੀਜ਼ ਇਸ ਵੀਡੀਓ ਨੂੰ ਆਪਣੇ ਵੱਧ ਤੋਂ ਵੱਧ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਹੈ ਤਾਂ ਕਿ ਤੁਹਾਡੇ ਨਾਲ ਕੋਈ ਹੋਰ ਵੀ ਇਸ ਦਾ ਲਾਭ ਉਠਾ ਸਕੇ। ਰੀਜ਼ਨ ਕੀ ਹੈ ਕਿ ਪੰਜਾਬੀ ਹੈ ਜਿਹੜੀ ਉਹ ਹਰ ਇੱਕ ਪੰਜਾਬ ਦੇ ਪੇਪਰ ਦੇ ਵਿੱਚ ਕਵਰ ਹੁੰਦੀ ਹੈ। ਘੱਟੋ ਘੱਟ 10 ਮਾਰਕਸ ਦੀ ਪੰਜਾਬੀ ਜ਼ਰੂਰ ਹੁੰਦੀ ਹੈ ਔਰ ਕਿਸੇ ਪੇਪਰ ਦੇ ਵਿੱਚ ਤਾਂ 15 ਮਾਰਕਸ ਵੀ ਪੰਜਾਬੀ ਦੇ ਹੋ ਜਾਂਦੇ ਆ। ਤਾਂ ਇਸ ਕਰਕੇ ਆਪਾਂ ਪੰਜਾਬੀ ਗ੍ਰਾਮਰ ਜਿਹੜੀ ਉਹ ਸਾਰੀ ਕਵਰ ਕਰਾਂਗੇ। ਤਾਂ ਜੋ ਮੇਰਾ ਅੱਜ ਦਾ ਟੌਪਿਕ ਹੈ ਉਹ ਫਸਟ ਆਫ ਆਲ ਹੈ ਕਿ ਬੋਲੀ, ਭਾਸ਼ਾ, ਇਹ ਸਭ ਕੀ ਹੁੰਦਾ ਹੈ। ਤਾਂ ਦੇਖੋ, ਮਨੁੱਖ ਆਪਣੇ ਮਨ ਦੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਜਿੰਨਾ ਚਿੰਨ੍ਹਾਂ ਦੀ ਵਰਤੋਂ ਕਰਦਾ ਹੈ ਉਹਨਾਂ ਨੂੰ ਭਾਸ਼ਾ ਕਹਿੰਦੇ ਆ। ਤੇ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਵਿਚਾਰਾਂ ਨੂੰ ਦੂਜਿਆਂ ਅੱਗੇ ਲਿਖ ਕੇ ਜਾਂ ਬੋਲ ਕੇ ਰੱਖ ਦਿੰਦਾ ਉਹ ਭਾਸ਼ਾ ਕਹਾਉਂਦੀ ਹੈ। ਠੀਕ ਹੈ। ਤਾਂ ਇਹਦੇ ਦੋ ਰੂਪ ਹੋ ਸਕਦੇ ਆ ਸਟੂਡੈਂਟਸ ਭਾਸ਼ਾ ਦੇ। ਇੱਕ ਹੁੰਦਾ ਲਿਖਤੀ ਰੂਪ। ਲਿਖਤੀ ਰੂਪ ਮਤਲਬ ਆਪਾਂ ਲਿਖ ਕੇ ਕਿਸੇ ਨੂੰ ਦੇਤਾ। ਮੌਖਿਕ ਰੂਪ ਆਪਾਂ ਬੋਲ ਕੇ ਕਹਿਤਾ। ਹੁਣ ਅਗਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਵਿਆਕਰਨ। ਵਿਆਕਰਨ ਮਤਲਬ ਜਿਹਨੂੰ ਆਪਾਂ ਗ੍ਰਾਮਰ ਕਹਿ ਦਿੰਦੇ ਹਾਂ। ਕਿਸੇ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਕੁਝ ਖਾਸ ਨਿਯਮਾਂ ਜਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਵਿਆਕਰਨ ਕਹਿੰਦੇ ਆ। ਹੁਣ ਜੇ ਉਹ ਵਿਆਕਰਨ ਹੈ ਜਿਹਨੂੰ ਆਪਾਂ ਗ੍ਰਾਮਰ ਵੀ ਬੋਲਦੇ ਹਾਂ, ਉਹਦੇ ਉਹ ਚਿੰਨ੍ਹ ਕਿਹੜੇ ਹੈ? ਉਹਦੇ ਚਿੰਨ੍ਹ ਕਿਹੜੇ ਹੈ ਵੀ ਉਹ ਲਿਖਿਆ ਹੋਇਆ ਤੁਹਾਡਾ ਅੱਖਰ ਹੈ ਉਹ ਜਿਹੜਾ ਉਹ ਕਰਮਬੱਧ ਤਰੀਕੇ ਦੇ ਵਿੱਚ ਹੋਵੇ। ਉਹਦੇ 'ਚ ਜੋ ਤੁਸੀਂ ਸ਼ਬਦ ਵਰਤ ਰਹੇ ਹੋ, ਜੇ ਉਹ ਪੰਜਾਬੀ ਭਾਸ਼ਾ ਦੀ ਗੱਲ ਕਰ ਰਹੇ ਹੋ ਤੁਸੀਂ, ਤੇ ਜੇ ਤੁਸੀਂ ਪੰਜਾਬੀ ਭਾਸ਼ਾ ਪੜ੍ਹ ਰਹੇ ਹੋ ਤਾਂ ਉਹਦੇ ਵਿਆਕਰਨ ਦੇ ਵਿੱਚ ਪੰਜਾਬੀ ਭਾਸ਼ਾ ਦੇ ਹੀ ਸ਼ਬਦ ਵਰਤੇ ਹੋਣ, ਉਹਦੇ ਵਿੱਚ ਇੰਗਲਿਸ਼ ਜਾਂ ਹਿੰਦੀ ਨਾਲ ਲਿਖੀ ਹੋਵੇ। ਤਾਂ ਇਹ ਵਿਆਕਰਨ ਨੂੰ ਲਿਖਤੀ ਰੂਪ ਦੇਣ ਦੇ ਲਈ ਕੁਝ ਖਾਸ ਨਿਯਮ ਹੈ ਇਹਨਾਂ ਨੂੰ ਆਪਾਂ ਕਰਦੇ ਹਾਂ। ਠੀਕ ਹੈ। ਤਾਂ ਪੰਜਾਬੀ ਭਾਸ਼ਾ ਦੀ ਜੇ ਸਟੂਡੈਂਟਸ ਆਪਾਂ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਨੂੰ ਓਫੀਸ਼ੀਅਲੀ ਜਿਹੜਾ ਦਰਜਾ ਦਿੱਤਾ ਗਿਆ ਸੀ ਉਹ 1 ਨਵੰਬਰ 1966 ਨੂੰ ਦਿੱਤਾ ਗਿਆ ਸੀ। ਤੇ ਜੇ ਆਪਾਂ ਗੱਲ ਕਰੀਏ ਕਿ ਪੰਜਾਬੀ ਭਾਸ਼ਾ ਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ। 35 ਅੱਖਰੀ ਇਸ ਕਰਕੇ ਕਹਿੰਦੇ ਆ ਕਿਉਂਕਿ ਜਦੋਂ ਪੰਜਾਬੀ ਭਾਸ਼ਾ ਹੋਂਦ ਵਿੱਚ ਆਈ ਸੀ ਤਾਂ ਉਸ ਟਾਈਮ ਤੇ ਪੰਜਾਬੀ ਭਾਸ਼ਾ ਦੇ ਵਿੱਚ ਕੁੱਲ 35 ਅੱਖਰ ਸੀ ਔਰ ਉਸ ਤੋਂ ਬਾਅਦ 7 ਫਾਰਸੀ ਧੁਨੀਆਂ ਸ਼ਾਮਲ ਕਰਕੇ ਪੰਜਾਬੀ ਭਾਸ਼ਾ ਨੂੰ ਜਿਹੜਾ ਹੈ ਉਹ ਨਵਾਂ ਇੱਕ ਨਵੇਕਲਾ ਰੂਪ ਜਿਹੜਾ ਉਹ ਦਿੱਤਾ ਗਿਆ ਸੀ। ਲੇਕਿਨ ਪੰਜਾਬੀ ਭਾਸ਼ਾ ਦਾ ਜੋ ਅਜੇ ਵੀ ਨਾਮ ਚੱਲਦਾ ਹੈ ਕਿ ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਹੈ। ਤਾਂ ਜੇ ਆਪਾਂ ਸਟੂਡੈਂਟਸ ਇਹ ਗੱਲ ਦੇਖਦੇ ਹਾਂ ਕਿ ਊੜੇ ਤੋਂ ਲੈ ਕੇ ਡਾੜੇ ਤੱਕ ਜਿਹੜੇ 35 ਅੱਖਰ ਹੈ ਉਹਨਾਂ ਨੂੰ ਇੱਕ ਖਾਸ ਤਰਤੀਬ ਵਿੱਚ ਲਿਖਿਆ ਜਾਂਦਾ ਹੈ। ਜਿਵੇਂ ਊੜਾ, ਐੜਾ, ਈੜੀ, ਸੱਸਾ, ਹਾਹਾ ਹੈ। ਇਹ ਤੁਸੀਂ ਸਭ ਨੇ ਬਚਪਨ ਦੇ ਵਿੱਚ ਇਹ ਤਰਤੀਬ ਪੜ੍ਹੀ ਹੋਈ। ਤਾਂ ਇਸ ਦੇ ਨਾਲ ਇਹਨਾਂ ਦੀ ਹਰ ਇੱਕ ਵਰਗ ਨੂੰ ਇੱਕ ਅਲੱਗ ਨਾਮ ਦਿੱਤਾ ਹੋਇਆ ਜਿਹੜਾ ਕਿ ਡਾਇਰੈਕਟ ਕੁਐਸਚਨ ਪੇਪਰ ਦੇ ਵਿੱਚ ਬਣ ਜਾਂਦਾ ਹੈ। ਤਾਂ ਆਪਾਂ ਦੇਖਦੇ ਹਾਂ ਜਿਵੇਂ ਊੜਾ, ਐੜਾ, ਈੜੀ, ਸੱਸਾ, ਹਾਹਾ। ਫਸਟ ਲਾਈਨ ਨੂੰ ਤੁਸੀਂ ਮੁੱਖ ਵਰਗ ਦਾ ਨਾਮ ਦਿੰਦੇ ਆਪਾਂ। ਤੁਸੀਂ ਇਹ ਗੱਲ ਨੂੰ ਯਾਦ ਰੱਖਣਾ, ਮੁੱਖ ਵਰਗ। ਫਿਰ ਸੈਕਿੰਡ ਲਾਈਨ ਕੰਠੀ ਹੈ ਕਿਉਂਕਿ ਜਦੋਂ ਤੁਸੀਂ ਕੱਕਾ ਖੱਖਾ ਬੋਲਦੇ ਹੋ ਨਾ ਤੇ ਤੁਹਾਡਾ ਕੱਕਾ ਬੋਲਣ ਲੱਗਿਆ ਜਿਹੜੀ ਤੁਹਾਡੀ ਆਵਾਜ਼ ਹੈ ਉਹ ਕੰਠ ਦੇ ਵਿੱਚ ਮਤਲਬ ਗਲੇ ਚੋਂ ਨਿਕਲ ਰਹੀ ਹੈ। ਫਿਰ ਚੱਚਾ, ਛੱਛਾ, ਜੱਜਾ ਜਦੋਂ ਤੁਸੀਂ ਬੋਲੋਗੇ ਤਾਂ ਤੁਹਾਡੀ ਜਿਹੜੀ ਜੀਭ ਹੈ, ਟੰਗ ਹੈ ਜਿਹੜੀ ਉਹ ਤਾਲਵੇ ਨਾਲ ਮਤਲਬ ਉੱਪਰ ਵਾਲੇ ਪਾਰਟ ਨਾਲ ਮਾਊਥ ਦੇ ਉਹ ਟੱਚ ਹੋ ਰਹੀ ਹੈ। ਤਾਂ ਇਸ ਕਰਕੇ ਇਹਨੂੰ ਤਾਲਵੀ ਵੀ ਕਿਹਾ ਜਾਂਦਾ ਹੈ। ਫਿਰ ਸਟੂਡੈਂਟਸ ਟੈਂਕਾ, ਠੱਠਾ, ਡੱਡਾ, ਢੱਡਾ ਜਦੋਂ ਆਪਾਂ ਬੋਲਦੇ ਹਾਂ ਤਾਂ ਉਸ ਟਾਈਮ ਤੇ ਉਲਟ ਜੀਭ, ਆਪਣੀ ਜੀਭ ਹੈ ਜਿਹੜੀ ਉਹ ਉਲਟ ਕੇ ਨਾਲ ਲੱਗਦੀ ਆ ਉੱਪਰ ਤਾਲਵੇ ਦੇ, ਤਾਂ ਇਸ ਕਰਕੇ ਇਸ ਨੂੰ ਉਲਟ ਜੀਭੀ ਕਹਿੰਦੇ ਆ ਸਟੂਡੈਂਟਸ। ਫਿਰ ਜੋ ਅਗਲੀ ਲਾਈਨ ਹੈ ਤੱਤਾ, ਥੱਥਾ, ਦੱਦਾ, ਤੱਤਾ, ਨੰਨਾ, ਇਸ ਨੂੰ ਬੋਲਣ ਲੱਗਿਆ ਜੀਭ ਜਿਹੜੀ ਆਪਣੀ ਜੀਭ ਹੈ ਉਹ ਦੰਦਾਂ ਦੇ ਨਾਲ ਲੱਗਦੀ ਹੈ ਤਾਂ ਇਸ ਕਰਕੇ ਇਸ ਨੂੰ ਦੰਤੀ ਕਹਿੰਦੇ ਆ। ਫਿਰ ਪੱਪਾ, ਫੱਫਾ, ਬੱਬਾ, ਪੱਬਾ, ਮੰਮਾ ਅਗਰ ਤੁਸੀਂ ਬੋਲ ਕੇ ਦੇਖੋਗੇ ਤਾਂ ਆਵਾਜ਼ ਹੈ ਜਿਹੜੀ ਉਹ ਆਪਣੇ ਲਿਪਸ ਦੇ ਵਿੱਚੋਂ ਹੋਂਠਾਂ ਚੋਂ ਨਿਕਲ ਰਹੀ ਹੈ, ਇਸ ਕਰਕੇ ਇਸ ਨੂੰ ਹੋਂਠੀ ਕਿਹਾ ਜਾਂਦਾ ਹੈ। ਔਰ ਯਈਆ, ਰਾਰਾ, ਲੱਲਾ, ਵਾਵਾ, ਲਾੜਾ ਇਸ ਨੂੰ ਅੰਤਿਮ ਵਰਗ ਕਹਿੰਦੇ ਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਆ ਜਿਹੜੀਆਂ 7 ਅਖੀਰ ਤੇ ਜੋ ਫਾਰਸੀ ਭਾਸ਼ਾਵਾਂ ਦੀਆਂ ਧੁਨੀਆਂ ਛੱਛੇ ਪੈਰ ਬਿੰਦੀ ਤੋਂ ਲੱਲੇ ਪੈਰ ਬਿੰਦੀ, ਅਗਰ ਆਪਾਂ ਦੇਖਿਆ ਜਾਵੇ ਇਸ ਦੇ ਵਿੱਚ ਤਾਂ ਊੜਾ, ਐੜਾ, ਈੜੀ 3
ਸਵਰ ਹੈ ਔਰ ਬਾਕੀ ਸਾਰੇ ਉਹ ਵਿਅੰਜਨ ਹੈ। ਤਾਂ ਸਟੂਡੈਂਟਸ ਜੇ ਆਪਾਂ ਗੱਲ ਕਰੀਏ ਵਰਨਬੋਧ ਦੀ, ਅੱਗੋਂ ਨੈਕਸਟ ਆਪਣੇ ਕੋਲ ਵਰਨਬੋਧ ਦੇ ਜੇ ਆਪਾਂ ਗੱਲ ਕਰੀਏ ਵਰਨਬੋਧ ਦੀ, ਤਾਂ ਵਰਨਬੋਧ ਨੂੰ ਅੱਗੋਂ ਦੋ ਪਾਰਟ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਇੱਕ ਹੈ ਸਟੂਡੈਂਟ ਸਵਰ ਔਰ ਦੂਸਰਾ ਹੈ ਵਿਅੰਜਨ। ਸਵਰ ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ ਜਿਨ੍ਹਾਂ ਨੂੰ ਉਚਾਰਨ ਕਰਦੇ ਸਮੇਂ ਬੇਰੋਕ ਆਵਾਜ਼ ਬਾਹਰ ਨਿਕਲਦੀ ਹੈ ਉਸਨੂੰ ਸਵਰ ਕਹਿੰਦੇ ਆ। ਜਿਵੇਂ ਊੜਾ, ਐੜਾ, ਈੜੀ, ਇਹ ਤਿੰਨ ਸਵਰ ਹੈ ਔਰ ਉਸ ਤੋਂ ਇਲਾਵਾ ਜੋ ਬਾਕੀ ਹੈ ਉਹ ਵਿਅੰਜਨ ਹੈ। ਜੇ ਆਪਾਂ ਵਿਅੰਜਨ ਦੀ ਅੱਗੋਂ ਕਿਸਮਾਂ ਸਮਝੀਏ ਤਾਂ ਵਿਅੰਜਨ ਵੀ ਦੋ ਭਾਗ ਦੇ ਹੁੰਦੇ ਆ, ਦੋ ਪਾਰਟ ਦੇ ਵਿੱਚ ਵਿਅੰਜਨ ਨੂੰ ਡਿਵਾਈਡ ਕੀਤਾ ਜਾ ਸਕਦਾ ਹੈ, ਅਲਪ ਪ੍ਰਾਣ ਤੇ ਮਹਾਪ੍ਰਾਣ। ਅਲਪ ਪ੍ਰਾਣ ਹਵਾ ਜਾਂ ਸਾਹ ਘੱਟ ਮਾਤਰਾ ਵਿੱਚ ਬਾਹਰ ਨਿਕਲੇ, ਠੀਕ ਹੈ ਜੀ, ਜਿਵੇਂ ਕੱਕਾ, ਛੱਛਾ, ਦੱਦਾ, ਤੱਤਾ, ਪੱਪਾ, ਗੱਗਾ, ਜੱਜਾ। ਜਦੋਂ ਤੁਸੀਂ ਇਹਨਾਂ ਨੂੰ ਬੋਲਦੇ ਹੋ ਤਾਂ ਤੁਸੀਂ ਅਗਰ ਬੋਲ ਕੇ ਦੇਖੋ ਤਾਂ ਕੱਕਾ, ਛੱਛਾ, ਤੱਤਾ, ਇਹਨਾਂ ਵਿੱਚ ਇਸ ਟਾਈਮ ਤੇ ਜਦੋਂ ਇਹਨਾਂ ਨੂੰ ਤੁਸੀਂ ਬੋਲਦੇ ਹੋ ਉਸ ਟਾਈਮ ਤੇ ਹਵਾ ਹੈ ਜਿਹੜੀ ਉਹ ਘੱਟ ਮਾਤਰਾ 'ਚ ਬਾਹਰ ਨਿਕਲ ਰਹੀ ਹੈ। ਤੇ ਔਰ ਦੂਸਰਾ ਜਿਹੜਾ ਮਹਾਪ੍ਰਾਣ ਹਵਾ ਜਾਂ ਸਾਹ ਜਦੋਂ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਨਿਕਲਦਾ ਹੈ। ਜੇ ਆਪਾਂ ਗੱਲ ਕਰੀਏ ਵਿਆਕਰਨ ਦੀ ਤਾਂ ਵਿਆਕਰਨ ਦੇ ਵਿੱਚ ਦੇ ਤਿੰਨ ਹਿੱਸੇ ਹੁੰਦੇ ਆ, ਤਿੰਨ ਤਰ੍ਹਾਂ ਦੀ ਇਹਦੀ ਵੰਡ ਕੀਤੀ ਜਾ ਸਕਦੀ ਹੈ। ਪਹਿਲਾ ਹੈ ਵਰਨਬੋਧ, ਦੂਜਾ ਸ਼ਬਦ ਬੋਧ, ਤੀਜਾ ਵਾਕ ਬੋਧ। ਦੇਖੋ ਵਰਨਬੋਧ ਦੇ ਵਿੱਚ ਹੋ ਗਏ ਸਵਰ ਤੇ ਵਿਅੰਜਨ। ਹੁਣ ਸ਼ਬਦ ਬੋਧ, ਸ਼ਬਦ ਬੋਧ ਕੀ ਹੈ, ਜਦੋਂ ਦੋ ਸ਼ਬਦਾਂ ਨੂੰ ਆਪਾਂ ਜਦੋਂ ਆਪਸ ਦੇ ਵਿੱਚ ਜੋੜਦੇ ਹਾਂ ਤਾਂ ਜਦੋਂ ਦੋ ਸ਼ਬਦ ਜੋੜਤੇ ਤਾਂ ਉਹ ਇੱਕ ਵਾਕ ਬਣੇਗਾ, ਦੋ ਜਾਂ ਦੋ ਤੋਂ ਵੱਧ ਸਭ ਤੋਂ ਛੋਟੀ ਇਕਾਈ, ਠੀਕ ਹੈ। ਲੇਕਿਨ ਜਦੋਂ ਦੋ ਵਰਨਾਂ ਨੂੰ ਆਪਸ ਦੇ ਵਿੱਚ ਜੋੜਿਆ ਤਾਂ ਇੱਕ ਸ਼ਬਦ ਬਣ ਗਿਆ। ਜਿਵੇਂ ਕੱਕਾ, ਮੰਮਾ ਤੇ ਲੱਲਾ, ਮੇਰੇ ਕੋਲ ਤਿੰਨ ਵਰਨ ਹੈ, ਅਗਰ ਮੈਂ ਇਹਨਾਂ ਨੂੰ ਆਪਸ ਦੇ ਵਿੱਚ ਜੋੜਦਾ ਤਾਂ ਕਮਲ, ਮੇਰੇ ਕੋਲ ਕਮਲ ਇੱਕ ਸ਼ਬਦ ਬਣ ਜਾਂਦਾ ਹੈ। ਤਾਂ ਔਰ ਇਹੀ ਅਗਰ ਮੈਂ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜ ਰਿਹਾ ਤਾਂ ਮੇਰੇ ਕੋਲ ਵਾਕ ਬਣ ਜਾਂਦਾ, ਠੀਕ ਹੈ ਜੀ। ਅਰਥ ਦੀ ਦ੍ਰਿਸ਼ਟੀ ਤੋਂ ਜੇ ਆਪਾਂ ਦੇਖੀਏ ਤਾਂ ਇਹ ਵੀ ਦੋ ਤਰ੍ਹਾਂ ਦੇ ਹੋ ਸਕਦੇ ਆ, ਸਾਰਥਕ ਤੇ ਨਿਰਾਰਥਕ। ਸਾਰਥਕ ਉਹ ਜਿਨ੍ਹਾਂ ਦਾ ਕੋਈ ਅਰਥ ਨਹੀਂ ਨਿਕਲਦਾ ਔਰ ਨਿਰਾਰਥਕ ਉਹ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਹੁਣ ਇਹ ਵਾਕ ਵੀ ਹੋ ਸਕਦਾ ਹੈ ਨਿਰਾਰਥਕ ਔਰ ਸ਼ਬਦ ਵੀ ਨਿਰਾਰਥਕ ਹੋ ਸਕਦਾ ਹੈ। ਲਗਾ ਮਾਤਰਾਵਾਂ, ਲਗਾ ਦੇ ਨਾਲ ਲੱਗਣ ਵਾਲੀਆਂ ਮਾਤਰਾਵਾਂ ਨੂੰ ਲਗਾ ਮਾਤਰਾਵਾਂ ਕਹਿੰਦੇ ਹੈ। ਅਗਰ ਆਪਾਂ ਦੇਖਦੇ ਹਾਂ ਸਟੂਡੈਂਟਸ ਤਾਂ ਆਪਣੇ ਕੋਲ 10 ਲਗਾ ਮਾਤਰਾ ਹੈ। ਇਹਨਾਂ ਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਇਹਨਾਂ ਚੋਂ ਕਿਹੜੀ ਹੈ ਜਿਹੜੀ ਉਹ ਲਗਾ ਨਹੀਂ ਹੈਗੀ। ਤਾਂ ਕਿਹੜੀ ਕਿਹੜੀ ਇੱਕ ਵਾਰੀ ਆਪਾਂ ਇਹਨੂੰ ਵੇਖ ਲੈਂਦੇ ਹਾਂ। ਫਸਟ ਹੈ ਮੁਕਤਾ। ਮੁਕਤਾ ਮਤਲਬ ਜਿਹਦੇ ਨਾਲ ਕੋਈ ਵੀ ਜਦੋਂ ਕੋਈ ਵੀ ਮਾਤਰਾ ਨਹੀਂ ਲੱਗੀ ਹੁੰਦੀ, ਜਿਵੇਂ ਆਪਾਂ ਲਿਖ ਰਹੇ ਹਾਂ ਅਮਨ, ਅਮਨ ਵਰਡ ਦੇ ਨਾਲ ਕੋਈ ਵੀ ਜਿਹੜੀ ਮਾਤਰਾ ਹੈ ਉਹ ਨਹੀਂ ਲੱਗੀ ਹੋਈ। ਤਾਂ ਉਸ ਤੋਂ ਇਲਾਵਾ ਕੰਨਾ, ਸਿਆਰੀ, ਬਿਆਰੀ, ਔਂਕੜ, ਦਲੈਂਕੜ, ਲਾਂ, ਦੁਲਾਂ, ਹੋੜਾ ਤੇ ਘਨੌੜਾ। ਅਗਰ ਆਪਾਂ ਦੇਖੀਏ ਕਿ ਆਪਣੇ ਕੋਲ ਤਿੰਨ ਸਵਰ ਹੈ ਊੜਾ, ਐੜਾ, ਈੜੀ, ਤਾਂ ਉਹਨਾਂ ਦੇ ਨਾਲ ਵੀ ਕੋਈ ਲਗਾ ਲੱਗ ਸਕਦੀਆਂ, ਮਤਲਬ ਉਹਨਾਂ ਦੇ ਨਾਲ ਵੀ ਕੋਈ ਲੱਗਣਗੀਆਂ। ਤਾਂ ਵੇਖੋ ਊੜੇ ਨੂੰ ਔਂਕੜ ਹੋ ਸਕਦੀ ਹੈ, ਊੜੇ ਨੂੰ ਦਲੈਂਕੜ ਹੋ ਸਕਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਐੜਾ, ਐੜਾ ਮੁਕਤਾ ਹੋ ਸਕਦਾ, ਜਿਵੇਂ ਮੈਂ ਤੈਨੂੰ ਅਮਨ ਕਿਹਾ। ਐੜੇ ਨੂੰ ਕੰਨਾ ਹੋ ਸਕਦਾ ਹੈ, ਆਮਦਨ, ਹਨਾ। ਐੜੇ ਨੂੰ ਦਲੈਂਕੜ ਹੋ ਸਕਦੇ ਹੈ, ਐੜੇ ਨੂੰ ਘਨੌੜਾ ਵੀ ਹੋ ਸਕਦਾ ਹੈ। ਸੋਰੀ, ਐੜੇ ਨੂੰ ਦਲਾਵਾਂ ਹੋ ਸਕਦੇ ਹੈ ਔਰ ਐੜੇ ਨੂੰ ਘਨੌੜਾ ਵੀ ਹੋ ਸਕਦਾ ਹੈ, ਕਿਉਂਕਿ ਲਾਂ ਦਲਾਂ, ਹਨਾ। ਤਾਂ ਉਸ ਤੋਂ ਬਾਅਦ ਸਟੂਡੈਂਟਸ ਜੇ ਆਪਾਂ ਈਡੀ ਦੀ ਗੱਲ ਕਰੀਏ ਤਾਂ ਈਡੀ ਨੂੰ ਸਿਆਰੀ, ਜਿਵੇਂ ਇਮਲੀ, ਫਿਰ ਹਨਾ। ਤਾਂ ਈਡੀ ਨੂੰ ਬਿਹਾਰੀ, ਤਾਂ ਈਡੀ ਨੂੰ ਲਾਂ, ਠੀਕ ਹੈ ਜੀ। ਹਾਂਜੀ, ਅੱਗੋਂ ਆਪਾਂ ਦੇਖਦੇ ਹਾਂ ਮਾਤਰਾਵਾਂ। ਮਾਤਰਾਵਾਂ ਦੀਆਂ ਕਿਸਮਾਂ ਕਿਹੜੀਆਂ? ਲਘੂ ਮਾਤਰਾਵਾਂ ਤੇ ਦੀਰਘ ਮਾਤਰਾਵਾਂ। ਲਘੂ ਮਾਤਰਾਵਾਂ ਜਿਨ੍ਹਾਂ ਨੂੰ ਉਚਾਰਨ ਕਰਦੇ ਸਮੇਂ ਘੱਟ ਸਮਾਂ ਲੱਗਦਾ ਹੈ। ਦੀਰਘ ਮਾਤਰਾਵਾਂ ਜਿਨ੍ਹਾਂ ਨੂੰ ਉਚਾਰਨ ਕਰਦੇ ਸਮੇਂ ਸਮਾਂ ਵੱਧ ਲੱਗਦਾ ਹੈ। ਲਘੂ ਮਾਤਰਾਵਾਂ ਜਿਵੇਂ ਮੁਕਤਾ, ਸਿਹਾਰੀ, ਔਂਕੜ, ਲਾਂ, ਹਨਾ। ਤਾਂ ਦੀਰਘ ਮਾਤਰਾਵਾਂ ਜਿਵੇਂ ਬਿਹਾਰੀ, ਦਲਾਂ, ਇਹ ਦੀਰਘ ਮਾਤਰਾਵਾਂ। ਹਾਂਜੀ, ਉਸ ਤੋਂ ਬਾਅਦ ਦੇਖਦੇ ਹਾਂ ਆਪਾਂ, ਜੇ ਆਪਾਂ ਗੱਲ ਕਰੀਏ ਲਗਾਖਰ, ਤਾਂ ਲਗਾਂ ਦੇ ਨਾਲ ਲੱਗਣ ਵਾਲ ਅੱਖਰਾਂ ਦੇ ਨਾਲ ਜੋ ਲਗਾਂ ਲੱਗਦੀਆਂ ਉਸਨੂੰ ਲਗਾਖਰ ਕਹਿ ਦਿੰਦੇ ਆ। ਜਿਵੇਂ ਟਿੱਪੀ, ਬਿੰਦੀ ਤੇ ਅਦਕ ਪੰਜਾਬੀ ਭਾਸ਼ਾ 'ਚ ਤਿੰਨ ਹੀ ਲਗਾਖਰ ਹੈ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਜਿਵੇਂ ਆਪਾਂ ਤੁਸੀਂ ਲਿਖਦਾ ਇੱਕ ਅੱਖਰ ਲਿਖਤਾ, ਜਿਵੇਂ ਗਾਂ, ਗਾਂ ਹੁਣ ਕੰਪਲੀਟ ਨਹੀਂ ਬਣੇਗਾ ਜਦੋਂ ਤੱਕ ਤੁਸੀਂ ਉੱਤੇ ਬਿੰਦੀ ਨਹੀਂ ਲਗਾਓਗੇ। ਗੇਂਦ ਲਿਖਣ ਲੱਗਿਆ ਬਿੰਦੀ ਜ਼ਰੂਰੀ ਹੈ, ਨੀਂਦ ਲਿਖਣ ਲੱਗਿਆ ਬਿੰਦੀ ਜ਼ਰੂਰੀ ਹੈ। ਫਿਰ ਅੰਬ, ਪਿੰਡ,
ਤੇ ਮੂੰਗੀ। ਇਹਨੂੰ ਲਿਖਣ ਲੱਗਿਆਂ ਆਪਣੇ ਕੋਲ ਟਿੱਪੀ ਦੀ ਜ਼ਰੂਰਤ ਹੈ। ਅਦਕ, ਬੱਚਾ, ਅੱਖ। ਤਾਂ ਅੱਖਰ ਦੇ ਨਾਲ ਜੇ ਇੱਕ ਲੱਗ ਗਈ ਤਾਂ ਉਸਨੂੰ ਆਪਾਂ ਲਗਾਖਰ ਕਹਿ ਦਿੰਦੇ ਹਾਂ। ਤਾਂ ਪੰਜਾਬੀ ਭਾਸ਼ਾ ਦੇ ਵਿੱਚ 3 ਹੀ ਹੈ, ਬਿੰਦੀ, ਟਿੱਪੀ ਤੇ ਅਦਕ। ਬਣਤਰ ਦੇ ਆਧਾਰ ਤੇ ਸ਼ਬਦ ਦੀ ਰਚਨਾ ਨੂੰ ਵੇਖਿਆ ਜਾਵੇ ਤਾਂ ਸਟੂਡੈਂਟਸ ਸ਼ਬਦ ਅੱਗੋਂ 2 ਭਾਗ ਦੇ ਵਿੱਚ ਵੰਡੇ ਜਾਂਦੇ ਆ, ਮੂਲ ਸ਼ਬਦ ਤੇ ਰਚਿਤ ਸ਼ਬਦ। ਮੂਲ ਸ਼ਬਦ ਉਹ ਹੈ ਸ਼ਬਦਾਂ ਨੂੰ ਜੇ ਆਪਾਂ ਦੇਖ ਰਹੇ ਹਾਂ ਤਾਂ ਮੂਲ ਸ਼ਬਦ ਜਿਨ੍ਹਾਂ ਨੂੰ ਅੱਗੇ ਨਹੀਂ ਵੰਡਿਆ ਜਾ ਸਕਦਾ, ਜਿਵੇਂ ਨਮਕ। ਨਮਕ ਨੂੰ ਜੇ ਤੁਸੀਂ ਤੋੜਦੇ ਹੋ ਤਾਂ ਨੰਨਾ ਪਲੱਸ ਮੰਮਾ ਕੱਕਾ ਨਮਕ, ਜਿਸ ਦਾ ਨੰਨੇ ਔਰ ਮੰਮੇ ਕੱਕੇ ਦਾ ਕੋਈ ਵੀ ਅਰਥ ਨਹੀਂ ਨਿਕਲਦਾ। ਰਚਿਤ ਸ਼ਬਦ ਮੂਲ ਸ਼ਬਦਾਂ ਤੋਂ ਬਣੇ ਹੋਏ ਸ਼ਬਦਾਂ ਨੂੰ ਆਪਾਂ ਰਚਿਤ ਸ਼ਬਦ ਦਾ ਨਾਮ ਦਿੰਦੇ ਹਾਂ। ਜਿਵੇਂ ਗੁਰਮੁਖ। ਗੁਰਮੁਖ ਇੱਕ ਰਚਿਤ ਸ਼ਬਦ ਹੈ ਕਿਉਂਕਿ ਇਹ 2 ਮੂਲ ਸ਼ਬਦਾਂ ਤੋਂ ਮਿਲ ਕੇ ਬਣਿਆ। ਉਤਪਤੀ ਦੇ ਆਧਾਰ ਤੇ ਸਟੂਡੈਂਟਸ ਜੇ ਆਪਾਂ ਸ਼ਬਦਾਂ ਨੂੰ ਦੇਖਦੇ ਹਾਂ ਤਾਂ ਇਹ ਕਾਫੀ ਇੰਪੋਰਟੈਂਟ, ਔਰ ਇਹ ਕੁਐਸਚਨ ਅਕਸਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਇਹ 2 ਤਰ੍ਹਾਂ ਨਾਲ ਵੰਡਿਆ ਜਾਂਦਾ ਹੈ ਉਤਪਤੀ ਦੇ ਆਧਾਰ ਤੇ, ਤਤ ਸਮ ਤੇ ਤਦ ਭਵ। ਤਤ ਸਮ, ਸਮ ਤੋਂ ਤੁਸੀਂ ਯਾਦ ਰੱਖਣਾ ਸੇਮ, ਤੇ ਤਦ ਭਵ, ਭਵ ਤੋਂ ਵੇਖਣਾ ਕਿ ਓਪੋਜ਼ਿਟ। ਇੱਕ ਯਾਦ ਰੱਖ ਲਓ, ਦੂਜਾ ਆਪਣੇ ਆਪ ਯਾਦ ਹੋ ਜਾਏਗਾ। ਤਤ ਸਮ, ਤਤ ਸਮ ਮਤਲਬ ਸੇਮ। ਦੂਜੀਆਂ ਭਾਸ਼ਾਵਾਂ ਤੋਂ ਲਏ ਗਏ ਸ਼ਬਦ ਜਿਹੜੇ ਐਜ਼ ਇਟ ਇਜ਼ ਹੋਣ ਉਹਨੂੰ ਆਪਾਂ ਤਤ ਸਮ ਕਹਿੰਦੇ ਹਾਂ। ਜਿਵੇਂ ਸਕੂਲ ਦੂਜੀ ਭਾਸ਼ਾ ਦਾ ਸ਼ਬਦ ਹੈ, ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ, ਔਰ ਆਪਾਂ ਜਦੋਂ ਇਹਨੂੰ ਇੰਗਲਿਸ਼ ਲੈਂਗੁਏਜ ਤੋਂ ਅਡੋਪਟ ਕੀਤਾ ਜਾਂ ਸਾਈਕਲ ਨੂੰ ਆਪਾਂ ਅਡੋਪਟ ਕੀਤਾ ਤਾਂ ਆਪਾਂ ਐਜ਼ ਇਟ ਇਜ਼ ਹੀ ਅਡੋਪਟ ਕੀਤਾ, ਉਵੇਂ ਹੀ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਲਿਖ ਰਹੇ ਹਾਂ। ਉਸ ਤੋਂ ਬਾਅਦ ਦੂਜੀ ਭਾਸ਼ਾ ਤੋਂ ਲਿਆ ਗਿਆ ਪਰ ਉਹਦਾ ਰੂਪ ਬਦਲ ਗਿਆ। ਜਿਵੇਂ ਅਲਮੀਰਾ, ਅਲਮੀਰਾ ਨੂੰ ਆਪਾਂ ਇੰਗਲਿਸ਼ ਦੇ ਵਿੱਚ ਅਲਮੀਰਾ ਕਹਿੰਦੇ ਔਰ ਪੰਜਾਬੀ ਦੇ ਵਿੱਚ ਆਪਾਂ ਅਲਮਾਰੀ ਕਹਿ ਦਿੰਦੇ ਹਾਂ। ਤਾਂ ਸਟੂਡੈਂਟਸ ਹੁਣ ਇਹ ਸਭ ਜੋ ਵੀ ਆਪਾਂ ਉੱਪਰ ਪੜ੍ਹਿਆ, ਲਗਾਖਰ ਪੜ੍ਹਿਆ ਜਾਂ ਮਾਤਰਾਵਾਂ ਦੀਆਂ ਕਿਸਮਾਂ ਪੜ੍ਹੀਆਂ, ਤਾਂ ਉਹਦੇ ਰਿਲੇਟਿਡ ਮੈਂ ਨਾਲ MCQ ਵੀ ਲੈ ਕੇ ਆਇਆ, ਕਿਉਂਕਿ ਸਾਡਾ ਜੋ ਏਮ ਹੈ ਉਹ ਇਹ ਹੈ ਕਿ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਪੜ੍ਹੋਗੇ ਤੁਹਾਨੂੰ ਦੁਬਾਰਾ ਨਾ ਇਹਨੂੰ ਵੇਖਣਾ ਪਵੇ, ਨਾਲ ਨਾਲ ਕੁਐਸਚਨ ਅਟੈਂਪਟ ਕਰਾਂਗੇ ਤਾਂ ਆਪਾਂ ਨੂੰ ਚੀਜ਼ਾਂ ਯਾਦ ਹੋ ਜਾਣਗੀਆਂ। ਤਾਂ ਆਪਾਂ ਦੇਖਦੇ ਹਾਂ ਜੀ ਫਸਟ ਕੁਐਸਚਨ, ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ ਉਹਨਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਹਨਾਂ ਨਿਯਮਾਂ ਨੂੰ ਦੇਖੋ, ਆਪਾਂ ਵਾਕ ਬੋਧ, ਵਰਨ ਬੋਧ, ਲਿਖਤੀ ਬੋਲੀ ਤਾਂ ਨਹੀਂ ਕਵਾਂਗੇ, ਉਹਨਾਂ ਨੂੰ ਆਪਾਂ ਕੀ ਕਵਾਂਗੇ? ਵਿਆਕਰਨ। ਕਿਉਂਕਿ ਵਿਆਕਰਨ ਉਹ ਸਹੀ ਨਿਯਮ ਹੈ ਜਿਨ੍ਹਾਂ ਨੂੰ ਨਿਯਮਾਂ ਨੂੰ ਭਾਸ਼ਾ ਨੂੰ ਸਹੀ ਰੂਪ ਦੇਣ ਲਈ ਆਪਾਂ ਯੂਜ਼ ਕਰਦੇ ਹਾਂ। ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਿਚਾਰ ਜਿਹੜੇ ਆਪਾਂ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਆ? ਤਾਂ ਉਹਨਾਂ ਨੂੰ ਸਟੂਡੈਂਟਸ ਕੀ ਕਹਿੰਦੇ ਆ? ਉਹਨਾਂ ਨੂੰ ਬੋਲੀ ਕਹਿੰਦੇ ਆ। ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ? ਤਾਂ ਪੰਜਾਬੀ ਵਿਆਕਰਨ ਦੇ ਆਪਣੇ ਕੋਲ 4 ਭਾਗ ਹਨ। ਜਿਹੜੀ ਬੋਲੀ ਦੀ ਵਰਤੋਂ ਅਸੀਂ ਹਰ ਰੋਜ਼ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ, ਕੁਐਸਚਨ ਬਹੁਤ ਇੰਪੋਰਟੈਂਟ ਹੈ, ਉਸ ਨੂੰ ਕੀ ਕਹਿੰਦੇ ਆ? ਤਾਂ ਉਸ ਨੂੰ ਬੋਲ ਚਾਲ ਦੀ ਬੋਲੀ ਕਿਹਾ ਜਾਂਦਾ ਹੈ। ਜਿਹੜੀ ਬੋਲੀ ਸਾਹਿਤ ਰਚਨਾ ਕਰਨ ਸਮੇਂ ਵਰਤੀ ਜਾਂਦੀ ਹੈ ਤਾਂ ਉਹਨੂੰ ਕੀ ਕਵਾਂਗੇ? ਬੋਲ ਚਾਲ ਦੀ ਤਾਂ ਬੋਲੀ ਹੋ ਨਹੀਂ ਸਕਦੀ, ਕਿਉਂਕਿ ਸਾਹਿਤ ਇੱਕ ਲਿਖਤੀ ਰੂਪ ਹੈ, ਰਿਟਨ ਫਾਰਮ ਦੇ ਵਿੱਚ ਹੁੰਦਾ ਹੈ, ਤਾਂ ਉਹਨੂੰ ਆਪਾਂ ਲਿਖਤੀ ਬੋਲੀ ਕਵਾਂਗੇ। ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਤਾਂ ਬੋਲੀ 2 ਪ੍ਰਕਾਰ ਦੀ ਹੋਏਗੀ। ਕਿਵੇਂ? ਲਿਖਿਤ ਤੇ ਮੌਖਿਕ ਤਾਂ 2 ਪ੍ਰਕਾਰ ਦੀ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਤਾਂ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਹੈ। ਹਿੰਦੀ ਭਾਸ਼ਾ ਦੀ ਲਿਪੀ ਦਾ ਨਾਂ ਦੇਵਨਾਗਰੀ ਹੈ ਔਰ ਅੰਗਰੇਜ਼ੀ ਭਾਸ਼ਾ ਦੀ ਲਿਪੀ ਦਾ ਨਾਂ ਰੋਮਨ ਹੈ। ਅਜੋਕੇ ਪੰਜਾਬ ਦੀਆਂ ਮੁੱਖ ਉਪ ਬੋਲੀਆਂ ਕਿੰਨੀਆਂ ਹਨ? ਤਾਂ ਉਹ 4 ਮੁੱਖ ਉਪ ਬੋਲੀਆਂ। ਪੰਜਾਬੀ ਦੀਆਂ ਉਪ ਬੋਲੀਆਂ ਵਿੱਚ ਕਿਹੜੀ ਬੋਲੀ ਸਾਹਿਤਕ ਬੋਲੀ ਦੇ ਵਧੇਰੇ ਨੇੜੇ ਹੈ? ਮਾਝੀ ਬੋਲੀ। ਮਾਝੀ ਬੋਲੀ ਨੂੰ ਟਕਸਾਲੀ ਭਾਸ਼ਾ ਵੀ ਕਹਿੰਦੇ ਆ, ਕਿਉਂਕਿ ਇਹ ਦਫ਼ਤਰਾਂ ਦੇ ਵਿੱਚ ਬੋਲੀ ਜਾਂਦੀ ਹੈ ਤੇ ਇਸ ਕਰਕੇ ਇਸ ਨੂੰ ਸਾਹਿਤਕ ਬੋਲੀ ਦੇ ਵਧੇਰੇ ਨੇੜੇ ਮੰਨਿਆ ਜਾਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਉਪ ਬੋਲੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ? ਤਾਂ ਮੁਲਤਾਨੀ ਹੈ ਜਿਹੜੀ, ਉਹ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ। ਪੰਜਾਬੀ ਭਾਸ਼ਾ ਦੀ ਕੇਂਦਰ ਜਾਂ ਟਕਸਾਲੀ ਬੋਲੀ ਕਿਹੜੀ ਹੈ? ਤਾਂ ਮਾਝੀ ਪੰਜਾਬੀ ਭਾਸ਼ਾ ਦੀ ਕੇਂਦਰੀ ਜਾਂ ਟਕਸਾਲੀ ਬੋਲੀ ਹੈ। ਪੰਜਾਬੀ ਲਿਪੀ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਕਿੰਨੀ ਹੈ? ਤਾਂ ਦੁੱਤ ਅੱਖਰ ਉਹ ਹੁੰਦੇ ਆ ਜੀ ਜਿਹੜੇ ਪੈਰਾਂ ਦੇ ਵਿੱਚ ਯੂਜ਼ ਕੀਤੇ ਜਾਂਦੇ ਆ, ਤਾਂ ਉਹਨਾਂ ਦੀ ਗਿਣਤੀ 3 ਹੈ। ਗੁਰਮੁਖੀ ਲਿਪੀ ਵਿੱਚ ਲਗਾਂ ਦੀ ਗਿਣਤੀ ਕਿੰਨੀ ਹੈ? ਤਾਂ ਲਗਾ 10 ਲਗਾ ਸੀ ਆਪਾਂ ਹੁਣੇ ਪੜ੍ਹਿਆ। ਪੰਜਾਬ ਵਿੱਚ ਸਵਰ ਅੱਖਰਾਂ ਦੀ ਗਿਣਤੀ ਹੈ, ਪੰਜਾਬੀ ਵਿੱਚ ਸਵਰ ਅੱਖਰਾਂ ਦੀ 3 ਹੈ। ਜਿਸ ਦੁਆਰਾ ਅੱਖਰਾਂ, ਲਗਾਂ, ਮਾਤਰਾਵਾਂ, ਲਗਾਖਰਾਂ ਦਾ ਗਿਆਨ ਹੁੰਦਾ ਹੈ ਉਸਨੂੰ ਕੀ ਕਹਿੰਦੇ ਹਨ? ਤਾਂ ਉਸਨੂੰ ਸ਼ਬਦ ਬੋਧ ਕਹਿੰਦੇ ਹਨ। ਈੜੀ ਅੱਖਰ ਨਾਲ ਕਿੰਨੀਆਂ ਲਗਾਂ ਲੱਗਦੀਆਂ? ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਈੜੀ ਦੇ ਨਾਲ 3 ਲੱਗਦੀਆਂ, ਐੜੇ ਦੇ ਨਾਲ ਵੀ 3 ਲੱਗਦੀਆਂ। ਜਿਸ ਦੁਆਰਾ ਸ਼ਬਦਾਂ ਦਾ ਪੂਰਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਸ਼ਬਦ ਬੋਧ।
ਪੰਜਾਬੀ ਵਰਨਮਾਲਾ ਦੇ ਨਵੀਨ ਵਰਗ ਵਿੱਚ ਕੁੱਲ ਕਿੰਨੇ ਅੱਖਰ ਹਨ? ਤਾਂ ਉਹ ਕੁੱਲ 6 ਅੱਖਰ ਹਨ। ਜੋ ਨਵੀਨ ਵਰਗ ਉਹ ਵਾਲਾ ਹੈ ਜੋ ਆਪਾਂ ਫਾਰਸੀ ਦੀਆਂ ਧੁਨੀਆਂ ਲਈਆਂ। ਜਿਹੜੇ ਚਿੰਨ੍ਹ ਲਗਾ ਤੋਂ ਬਾਅਦ ਵਰਤੇ ਜਾਂਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ? ਉਹਨਾਂ ਨੂੰ ਲਗਾਖਰ ਕਹਿੰਦੇ ਆ। ਪੈਰਾਂ ਵਿੱਚ ਲਿਖੇ ਅੱਖਰਾਂ ਨੂੰ ਕੀ ਕਹਿੰਦੇ ਆ? ਤਾਂ ਪੈਰਾਂ ਵਿੱਚ ਲਿਖੇ ਹੋਏ ਅੱਖਰਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਤੇ ਦੁੱਤ ਅੱਖਰ ਰਾਰਾ, ਵਾਵਾ ਤੇ ਹਾਹਾ ਹੁੰਦੇ ਆ। ਉਹ ਅੱਖਰ ਜਿਹੜੇ ਕਿਸੇ ਦੂਸਰੇ ਅੱਖਰ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾ ਸਕਦੇ ਹਨ ਉਸਨੂੰ ਕੀ ਕਹਿੰਦੇ ਆ? ਉਹਨਾਂ ਨੂੰ ਸਵਰ ਕਹਿੰਦੇ ਆ। ਜਿਸ ਅੱਖਰ ਨਾਲ ਲਗ ਨਾ ਲੱਗੀ ਹੋਵੇ ਉਸਨੂੰ ਕੀ ਕਹਿੰਦੇ ਆ? ਉਸਨੂੰ ਮੁਕਤਾ ਕਿਹਾ ਜਾਂਦਾ ਹੈ। ਜਿਹੜੇ ਅੱਖਰ ਨੂੰ ਬੋਲਣ ਸਮੇਂ ਨੱਕ ਵਿੱਚੋਂ ਆਵਾਜ਼ ਨਿਕਲੇ ਉਹਨੂੰ ਅਨੁਨਾਸਿਕ ਕਹਿੰਦੇ ਆ। ਜਿਹੜੇ ਚਿੰਨ੍ਹ ਅੱਖਰ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ ਉਹਨਾਂ ਨੂੰ ਕੀ ਕਹਿੰਦੇ ਆ? ਉਹਨਾਂ ਨੂੰ ਲਗਾ ਮਾਤਰਾਵਾਂ ਕਹਿੰਦੇ ਆ। ਊੜੇ ਅੱਖਰ ਨਾਲ ਇਹਨਾਂ ਵਿੱਚੋਂ ਕਿਹੜੀ ਲਗ ਨਹੀਂ ਲੱਗਦੀ? ਤਾਂ ਊੜੇ ਦੇ ਨਾਲ ਦਲਾਵਾਂ ਦੀ ਆਪਾਂ ਕਦੇ ਵੀ ਯੂਜ਼ ਹੈ ਜਿਹੜਾ ਦਲਾਵਾਂ ਦਾ ਉਹ ਨਹੀਂ ਕਰਦੇ। ਇਹਨਾਂ ਵਿੱਚੋਂ ਕਿਹੜਾ ਸ਼ਬਦ ਦੁੱਤ ਅੱਖਰ ਵਾਲਾ ਨਹੀਂ ਹੈ? ਜੜ, ਪ੍ਰੇਮ, ਸਵੈਮਾਨ, ਨਜਾਇਜ਼। ਤਾਂ ਨਜਾਇਜ਼ ਹੈ ਜਿਹੜਾ ਉਹ ਦੁੱਤ ਅੱਖਰ, ਕਿਉਂਕਿ ਨਜਾਇਜ਼ ਦੇ ਪੈਰਾਂ ਦੇ ਵਿੱਚ ਕੋਈ ਵੀ ਅੱਖਰ ਜਿਹੜਾ ਉਹ ਨਹੀਂ ਆਇਆ ਹੋਇਆ। ਕੁੱਲ ਕਿੰਨੀਆਂ ਲਗਾਂ ਨਾਲ ਬਿੰਦੀ ਲੱਗਦੀ ਹੈ? ਤਾਂ ਕੁੱਲ 6 ਹੈ ਲਗਾਂ ਜਿਨ੍ਹਾਂ ਦੇ ਨਾਲ ਬਿੰਦੀ ਲੱਗਦੀ ਹੈ। ਜਿਹੜੇ ਸ਼ਬਦ ਕੁਝ ਅਰਥ ਰੱਖਦੇ ਹਨ ਉਹਨਾਂ ਨੂੰ ਸਾਰਥਕ ਕਿਹਾ ਜਾਂਦਾ ਹੈ, ਔਰ ਜਿਹੜੇ ਨਹੀਂ ਕੁਝ ਅਰਥ ਰੱਖਦੇ ਉਹਨਾਂ ਨੂੰ ਨਿਰਾਰਥਕ ਕਹਿੰਦੇ ਆ। ਜਿਸ ਦੁਆਰਾ ਵਾਕ ਰਚਨਾ ਤੇ ਉਹਨਾਂ ਦੀ ਬਣਤਰ ਦਾ ਗਿਆਨ ਹੁੰਦਾ ਹੈ ਉਸਨੂੰ ਵਾਕ ਬੋਧ ਕਿਹਾ ਜਾਂਦਾ ਹੈ। ਸਟੂਡੈਂਟਸ, ਗੁਰਮੁਖੀ ਲਿਪੀ ਵਿੱਚ ਅੱਜ ਕੱਲ੍ਹ ਕੁੱਲ ਕਿੰਨੇ ਅੱਖਰ ਹੈ? 41 ਹੈ, ਪਰ ਇਸ ਨੂੰ 35 ਅੱਖਰ ਵੀ ਕਿਹਾ ਜਾਂਦਾ ਹੈ। 35 ਅੱਖਰੀ ਤਾਂ ਕਰਕੇ ਕਿਉਂਕਿ ਇਸ ਦੇ ਕੁੱਲ ਪਹਿਲਾਂ 35 ਅੱਖਰ ਹੁੰਦੇ ਸੀ। ਪੰਜਾਬੀ ਵਰਨਮਾਲਾ ਨੂੰ ਹੋਰ ਕੀ ਕਿਹਾ ਜਾਂਦਾ ਹੈ? ਤਾਂ ਉਸਨੂੰ 35 ਅੱਖਰੀ ਵੀ ਕਿਹਾ ਜਾਂਦਾ।